ਪਹਿਲਾਂ ਤਾਂ ਸੰਗਤ ਸੁਚੇਤ ਹੋ ਜਾਵੇ ਕਿ ਜੋ ਆਪਾਂ ਕਰ ਰਹੇ ਹਾਂ ਇਹ ਗੁਰਮਤ ਨਹੀਂ ਹੈ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਸੰਗਤ ਸੁਚੇਤ ਹੋ ਜਾਵੇ, ਇਲੈਕਸ਼ਨਸ ਗੁਰਮਤ ਦਾ ਸਿਧਾਂਤ ਨਹੀਂ ਹੈ ਔਰ ਨਾ ਹੀ ਸੀ, ਨਾ ਹੈ ਔਰ ਨਾ ਰਹੇਗਾ। ਤਾਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਸੀਗਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਿਵੇਂ ਦਾ ਤੁਸੀਂ ਮਹਿਸੂਸ ਕੀਤਾ, ਇਸ ਗੱਲ ਨੂੰ ਸੋਚਣ ਦੇ ਲਈ ਕਿੰਨਾ ਸਮਾਂ ਲੱਗਿਆ? ਪਰ ਇਹ ਹੀ ਇੱਕ ਕਾਰਨ ਸੀ, ਇਹ ਹੀ ਇੱਕ ਵੇ ਸੀ ਜਿੱਥੇ ਆਪਾਂ ਜਾ ਕੇ ਸੰਗਤ ਨੂੰ ਸੁਚੇਤ ਕਰ ਸਕਦੇ ਤੇ ਇਸ ਵਿੱਚ ਜਾਣਾ ਮੁਮਕਿਨ ਹੋ ਪਾਇਆ। ਉਹ ਸੰਗੀ ਸਾਥੀਆਂ ਨੇ, ਉਹ ਮਿੱਤਰ ਜਿਹੜੇ ਸਨ, ਉਹਨਾਂ ਨੇ ਬੈਠ ਕੇ ਵਿਚਾਰਾਂ ਸਾਂਝੇ ਕੀਤੀਆਂ। ਮੈਨੂੰ ਤਾਂ ਇਸ ਗੱਲ ਦਾ ਅਫਸੋਸ ਹੈ ਕਿ ਗੁਰਦੁਆਰੇ ਦੀ ਚੋਣ, ਗੁਰਦੁਆਰੇ ਦੇ ਲਈ ਸੇਵਾ ਲਈ ਆਪਾਂ ਜਾ ਰਹੇ ਹਾਂ। ਧੜਾ ਕਾਹਦਾ, ਧੜਾ ਕਾਹਦਾ, ਉਹ ਗਰੁੱਪ ਕਾਹਦਾ? ਤਾਂ ਕਿਵੇਂ ਵੇਖਦੇ ਹੋ ਕਿ ਕਿਹੋ ਜਿਹੇ ਚਿਹਰੇ ਨੇ ਜਿਹੜੇ ਹੋਰ ਅੱਗੇ ਆਉਣੇ ਚਾਹੀਦੇ ਨੇ? ਤੇ ਜਿਹੜਾ ਸ਼ਖਸ ਗੁਰਮਤ ਦੀ ਗੱਲ ਹੀ ਨਹੀਂ ਕਰ ਰਿਹਾ, ਗੁਰਮਤ ਦੇ ਪ੍ਰਚਾਰ ਵਾਸਤੇ, ਗੁਰਮਤ ਲਈ ਆਪਣੀ ਸ਼ਰਧਾ ਹੀ ਭੇਂਟ ਨਹੀਂ ਕਰ ਰਿਹਾ, ਉਹ ਗੁਰਮਤ ਦਾ ਇੱਕ ਵੀ ਫਲਸਫਾ ਉਸਨੂੰ ਪਤਾ ਨਹੀਂ ਹੈ ਤੇ ਆਪਾਂ ਉਸ ਨੂੰ ਜਿਤਾਏ ਜਾਵਾਂਗੇ ਤੇ ਇਸ ਦਾ ਮਤਲਬ ਵਿਵੇਕਹੀਨ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। DGPC ਦੀਆਂ ਚੋਣਾਂ ਜੰਮੂ ਕਸ਼ਮੀਰ ਦੀਆਂ, ਗੱਲ ਕਰੀਏ ਕਸ਼ਮੀਰ ਦੀ ਤਾਂ ਲਗਾਤਾਰ ਉੱਥੇ ਤਾਂ ਸਿਲੈਕਸ਼ਨਾਂ ਦਾ ਦੌਰ ਜਾਰੀ ਹੈ ਤੇ ਸਿਲੈਕਸ਼ਨਸ ਜਿਹੜੀਆਂ ਹੋ ਵੀ ਰਹੀਆਂ ਨੇ। ਪਰ ਜੇਕਰ ਜੰਮੂ ਦੀ ਗੱਲ ਕਰੀਏ, ਇਲੈਕਸ਼ਨਸ ਦਾ ਬਿਗੁਲ ਹੈ ਜਿਹੜਾ ਉਹ ਵੱਜ ਚੁੱਕਿਆ। ਨੋਮੀਨੇਸ਼ਨ ਫਾਰਮਸ ਨੇ ਜਿਹੜੇ ਭਰੇ ਜਾਣ ਲੱਗ ਗਏ ਨੇ। ਕੁਝ ਚਿਹਰੇ ਸਾਹਮਣੇ ਆ ਗਏ ਨੇ ਤੇ ਕੁਝ ਚਿਹਰੇ ਇੰਤਜ਼ਾਰ ਕਰ ਰਹੇ ਨੇ ਕਿ ਅਸੀਂ ਦੂਜੇ ਚਿਹਰਿਆਂ ਨੂੰ ਵੇਖੀਏ ਕਿਹੜੇ ਕਿਹੜੇ ਸਾਡੇ ਬਰਾਬਰ ਦੇ ਆ ਰਹੇ ਨੇ। ਤਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿਆਂ ਕਿ ਇੱਕ ਬਾਣੀ ਚੈਨਲ ਹੈ ਜਿਹੜਾ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ। ਸਾਡਾ ਕਿਸੇ ਵੀ ਧੜੇ ਦੇ ਨਾਲ ਕੋਈ ਸੰਬੰਧ ਨਹੀਂ ਹੈ, ਸਾਡਾ ਕਿਸੇ ਗਰੁੱਪ ਦੇ ਨਾਲ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਮੈਂ ਬੇਨਤੀ ਕਰਦਿਆਂ ਕਿ ਕੋਈ ਆਪਦੇ ਦਿਲ ਦੇ ਵਿੱਚ, ਆਪਦੇ ਮਨ ਦੇ ਵਿੱਚ ਇਹੋ ਜਿਹਾ ਕੋਈ ਵਹਿਮ ਰੱਖੇ। ਸਾਂਝਾ ਪਲੇਟਫਾਰਮ ਹੈ, ਹਰ ਇੱਕ ਨੂੰ ਇੱਥੇ ਆ ਕੇ ਆਪਦਾ ਗੱਲ ਰੱਖਣ ਦਾ, ਆਪਦੇ ਵਿਚਾਰ ਰੱਖਣ ਦਾ ਤੇ ਕਿਸ ਭਾਵਨਾ ਦੇ ਨਾਲ ਸੇਵਾ ਕਰਨ ਦੇ ਲਈ DGPC ਦੀ ਇਲੈਕਸ਼ਨ ਲੜ ਰਹੇ ਨੇ ਕੈਂਡੀਡੇਟਸ, ਉਹ ਤੁਸੀਂ ਆਪਦੇ ਵਿਚਾਰ ਖੁੱਲ੍ਹੇ ਤੌਰ ਦੇ ਉੱਤੇ ਇੱਕ ਬਾਣੀ ਚੈਨਲ ਦੇ ਰਾਹੀਂ ਰੱਖ ਸਕਦੇ ਹੋ। ਤਾਂ ਹੁਣ ਜਿਹੜੇ ਵੀ ਚਾਹਵਾਨ ਵੀਰ ਨੇ ਉਹ ਆਪਦੇ ਵਿਚਾਰ ਰੱਖਣ। ਆਪਾਂ ਤੁਹਾਨੂੰ ਸਾਰਿਆਂ ਨੂੰ ਹੀ ਇਨਵਾਈਟ ਕਰ ਰਹੇ ਹਾਂ, ਆਓ ਤੇ ਆਪਦੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰੋ। ਸ਼ੁਰੂਆਤ ਕਰਨ ਲੱਗੇ ਹਾਂ ਅੱਜ ਵੀਰ ਇੰਦਰਜੀਤ ਸਿੰਘ ਜੀ, ਜਿਹੜੇ ਕਿ ਡਿਗਿਆਨਾ ਏਰੀਆ ਤੋਂ DGPC ਦੀ ਇਲੈਕਸ਼ਨ ਜਿਹੜੇ ਸੇਵਾ ਦੇ ਲਈ DGPC ਦੀ ਇਲੈਕਸ਼ਨ ਜਿਹੜੇ ਲੜਨ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਇੱਕ ਬਾਣੀ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧਾਈ ਹੈ ਤੁਹਾਨੂੰ ਕਿ ਤੁਸੀਂ ਆ ਰਹੇ ਹੋ ਸੇਵਾ ਭਾਵ ਲੈ ਕੇ ਤੇ ਉਮੀਦ ਕਰਦੇ ਹਾਂ ਸੰਗਤ ਤੁਹਾਨੂੰ, ਜੇਕਰ ਸੇਵਾ ਭਾਵ ਦੇ ਲਈ ਤੁਹਾਨੂੰ ਚੁਣਨਾ ਚਾਹੁੰਦੀ ਹੈ ਤਾਂ ਚੁਣੇ ਵੀ ਜਿਹੜਾ ਸਹੀ ਕੈਂਡੀਡੇਟ ਹੈ। ਕਿਉਂਕਿ ਬਹੁਤ ਸਾਰੇ ਵੀਰ ਜੀ ਕੈਂਡੀਡੇਟਸ ਆਉਣਗੇ, ਸੇਵਾ ਭਾਵ ਲੈ ਕੇ ਆਉਣ ਤਾਂ ਬਹੁਤ ਚੰਗੀ ਗੱਲ ਹੈ, ਪਰ ਲੇਕਿਨ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ DGPC ਦੀਆਂ ਚੋਣਾਂ ਨੂੰ ਪਿਛਲੇ ਸਮੇਂ ਤੋਂ ਵੇਖੀਏ ਹੁਣ ਤੱਕ ਦੇ ਨਾਲ, ਨਾਲੇ ਤਾਂ ਸੰਗਤ ਦਾ ਪੁਆਇੰਟ ਆਫ ਵਿਊ ਬਦਲ ਕੇ ਰੱਖ ਦਿੱਤਾ ਤੇ ਨਾਲੇ ਜਿਹੜੇ ਕੈਂਡੀਡੇਟਸ ਨੇ ਉਹ ਵੀ ਥੋੜ੍ਹਾ ਬਹੁਤਾ ਜਿਹੜੇ ਝਿਜਕ ਜੀ ਕਰ ਰਹੇ ਨੇ ਹੈ ਨਾ ਅੱਗੇ ਆਉਣ ਤੋਂ। ਤੁਸੀਂ ਕਿਵੇਂ ਵੇਖਦੇ ਹੋ DGPC ਦੀਆਂ ਚੋਣਾਂ ਦੇ ਵਿੱਚ? ਤੁਸੀਂ ਹੁਣ ਹਿੱਸਾ ਲੈਣ ਜਾ ਰਹੇ ਹੋ ਡਿਗਿਆਨਾ ਏਰੀਆ ਦੇ ਵਿੱਚੋਂ, ਤਾਂ ਕੀ ਸੋਚ ਲੈ ਕੇ ਆ ਰਹੇ ਹੋ ਜੇ ਸੰਗਤ ਮੌਕਾ ਦਿੰਦੀ ਹੈ ਤਾਂ? ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਨੂੰ ਧੰਨਵਾਦੀ ਹਾਂ ਕਿ ਉਹਨਾਂ ਨੇ ਸੰਗਤਾਂ ਦੇ ਪ੍ਰਤੀ ਰੂਬਰੂ ਕਰਵਾਉਣ ਦਾ ਇੱਕ ਯਤਨ ਕੀਤਾ ਹੈ। ਮੇਰੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਮਨ ਜੀ, ਮੈਂ ਥੋੜ੍ਹਾ ਜਿਹਾ ਪਿਛੋਕੜ ਜਾਣਾ ਚਾਹਾਂਗਾ ਇਸ ਮਸਲੇ ਵਿੱਚ। DGPC ਜਾਂ SGPC ਜੋ ਵੀ ਆਪਾਂ ਨਾਂ ਲੈ ਲਈਏ, ਹਾਂਜੀ, ਪਹਿਲਾਂ ਤਾਂ ਬੜਾ ਅਨਫੋਰਚੂਨੇਟ ਹੈ ਕਿ ਇਲੈਕਸ਼ਨ ਦਾ ਪ੍ਰੋਸੈਸ ਜੋ ਹੈ ਉਹ ਹੀ ਮਾੜਾ ਹੈ। ਕਿਸੇ ਵੀ ਧਾਰਮਿਕ ਜਾਂ ਕਿਸੇ ਵੀ ਧਾਰਮਿਕ ਸਿਲਸਿਲੇ ਵਿੱਚ ਜਾਂ ਕਿਸੇ ਵੀ ਕੰਸਰਨ ਵਿੱਚ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਹੈ। ਇੱਕ ਸਾਡੀ ਬੜੀ ਅਨਫੋਰਚੂਨੇਟ ਹੈ ਐਟ ਦਾ ਕਮੈਂਸਮੈਂਟ ਆਫ ਦਾ ਬ੍ਰਿਟਿਸ਼ਰਸ ਰੂਲਸ ਕਿ ਉਹਨਾਂ ਨੇ ਸਾਡੇ ਨਿਕੰਮੇਪਨ ਨੂੰ
ਆਬਜ਼ਰਵ ਕਰਦੇ ਹਾਂ ਔਰ ਸਾਡੀ ਨਾਕਾਮਯਾਬ ਲੀਡਰਸ਼ਿਪ ਨੂੰ ਆਬਜ਼ਰਵ ਕਰਦੇ ਹਾਂ, ਉਹਨਾਂ ਨੇ ਗੁਰਦੁਆਰਾ ਐਕਟ ਬਣਾ ਦਿੱਤਾ। ਉਸ ਤੋਂ ਵੀ ਵੱਧ ਨਲਾਇਕੀ ਸਾਡੀ ਇਹ ਰਹੀ ਕਿ ਆਪਾਂ ਉਸ ਨੂੰ ਕੈਰੀ ਔਨ ਕੀਤਾ। ਅਸੀਂ ਇਲੈਕਸ਼ਨ ਸਿਸਟਮ ਨੂੰ ਹੀ ਕੈਰੀ ਔਨ ਕੀਤਾ। ਲਿਹਾਜ਼ਾ ਮੈਂ ਜ਼ਿਆਦਾ ਨਹੀਂ ਜਾਵਾਂਗਾ ਕਿਉਂਕਿ ਇਹ ਪੰਥਕ ਮਸਲਾ ਔਰ ਪੰਥਕ ਵਿਚਾਰਾਂ ਦਾ ਮਸਲਾ ਹੈ, ਪਰ ਇੱਕ ਵਿਚਾਰ ਸੰਗਤ ਨਾਲ ਸਾਂਝੀ ਕਰਨੀ ਬੜੀ ਜ਼ਰੂਰੀ ਹੈ ਕਿ ਜਿਹੜੀ ਚੀਜ਼ ਅਨਫੋਰਚੂਨੇਟ ਹੈ ਉਸ ਨੂੰ ਕੈਰੀ ਔਨ ਕਰਨਾ ਸਾਡਾ ਬਹੁਤ ਵੱਡਾ ਅਨਫੋਰਚੂਨੇਟ ਹੈ। ਸਾਡਾ ਇੱਕ ਅਨਐਜੂਕੇਸ਼ਨ ਕਹਿ ਸਕਦੇ ਹੋ ਜਾਂ ਸਾਡਾ ਅਵੇਸਲਾਪਨ ਕਹਿ ਸਕਦੇ ਹੋ ਕਿ ਸਾਡੇ ਕੌਮ ਪ੍ਰਤੀ ਕਿੰਨਾ ਅਵੇਸਲਾਪਨ ਹੈ, ਕੌਮ ਪ੍ਰਤੀ ਸਾਡਾ ਕਿੰਨਾ ਦਰਦ ਹੈ ਅਤੇ ਕੌਮ ਪ੍ਰਤੀ ਸਾਡਾ ਕੰਸਰਨ ਕਿੰਨਾ ਹੈ। ਇਹ ਇਲੈਕਸ਼ਨ ਦਰਸਾਉਂਦੇ ਨੇ ਕਿ ਬਾਈ ਸਾਡਾ ਕੰਸਰਨ ਨਿਲ ਹੈ। ਅਸੀਂ ਕੌਮ ਦੇ ਪ੍ਰਤੀ ਨਾ ਸੋਚ ਕੇ ਅਤੇ ਨਾ ਉਸ ਦਾ ਦਰਦ ਰੱਖ ਕੇ ਰਾਜ਼ੀ ਹਾਂ। ਅਤੇ ਇਹ ਇਲੈਕਸ਼ਨ ਕੈਰੀ ਔਨ ਚੱਲਦਾ ਰਿਹਾ ਔਰ ਉਹ ਡਿਵਾਈਡ ਐਂਡ ਰੂਲ ਦੀ ਜਿਹੜੀ ਪੋਲਿਸੀ ਸੀ ਉਸ ਨੂੰ ਆਪਾਂ ਦੇਖ ਨਹੀਂ ਸਕੇ, ਉਸ ਨੂੰ ਆਬਜ਼ਰਵ ਨਹੀਂ ਕਰ ਸਕੇ, ਉਸ ਨੂੰ ਮਹਿਸੂਸ ਨਹੀਂ ਕਰ ਸਕੇ। ਪਹਿਲਾਂ ਤਾਂ ਮੈਂ ਸੰਗਤ ਨੂੰ ਇੱਕ ਬੇਨਤੀ ਕਰਾਂਗਾ ਕਿ ਰਮਨ ਜੀ ਨੇ ਇਨ ਬਰੀਫ ਮੈਂ ਪ੍ਰੀਸਾਈਜ਼ਲੀ ਗੱਲ ਦੱਸਾਂ ਕਿ ਪਹਿਲਾਂ ਤਾਂ ਸੰਗਤ ਸੁਚੇਤ ਹੋ ਜਾਵੇ ਕਿ ਜੋ ਆਪਾਂ ਕਰ ਰਹੇ ਹਾਂ ਇਹ ਗੁਰਮਤ ਨਹੀਂ ਹੈ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਸੰਗਤ ਸੁਚੇਤ ਹੋ ਜਾਵੇ, ਇਲੈਕਸ਼ਨਸ ਗੁਰਮਤ ਦਾ ਸਿਧਾਂਤ ਨਹੀਂ ਹੈ ਔਰ ਨਾ ਹੀ ਸੀ, ਨਾ ਹੈ ਔਰ ਨਾ ਰਹੇਗਾ। ਅਤੇ ਜੇ ਆਪਾਂ ਇਸ ਇਲੈਕਸ਼ਨ ਨੂੰ ਕੈਰੀ ਔਨ ਕਰ ਰਹੇ ਹਾਂ ਔਰ ਵੱਧ ਚੜ੍ਹ ਕੇ ਇਸ ਦਾ ਸਾਥ ਦੇ ਰਹੇ ਹਾਂ ਅਤੇ ਸਾਡਾ ਸਿੱਧਾ ਦਾ ਸਿੱਧਾ ਮਤਲਬ ਇਸ ਦਾ ਕਿ ਅਸੀਂ ਗੁਰਮਤ ਤੋਂ ਬਹੁਤ ਪਰੇ ਹਾਂ। ਮੈਂ ਅਗਰ ਇਲੈਕਸ਼ਨ ਲੜ ਰਿਹਾ, ਮੇਰਾ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਕਿਉਂਕਿ ਮੈਂ ਇੰਟਰਨਲੀ ਇਸ ਇਲੈਕਸ਼ਨਸ ਦੇ ਔਰ ਇਲੈਕਸ਼ਨ ਪ੍ਰੋਸੈਸ ਦੇ ਖਿਲਾਫ ਹਾਂ। ਪਰ ਮੇਰਾ ਜੋ ਕ੍ਰਾਈਟੀਰੀਆ ਹੈ, ਮੇਰਾ ਜੋ ਮਕਸਦ, ਮੇਰਾ ਜੋ ਟਾਰਗੇਟ ਹੈ ਉਹ ਇੱਧਰ ਆਉਣ ਦਾ ਇਸ ਕਰਕੇ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਤ ਨੂੰ ਐਡਮਿਨਿਸਟ੍ਰੇਟਿਵ ਤਰੀਕੇ ਨਾਲ ਸਮਝਾਉਣਾ ਕੀਤਾ ਜਾਏ। ਗੁਰਦੁਆਰੇ ਹੋਈ ਕੇ ਸੋਝੀ ਪਾਈ ਸੀ। ਇਹ ਗੁਰਦੁਆਰੇ ਉਹ ਸਨ ਜਿਸ ਵਿੱਚ ਸਾਨੂੰ ਗੁਰੂ ਘਰ ਦੀ ਸੋਝੀ ਮਿਲਣੀ ਸੀ, ਪਰ ਅਨਫੋਰਚੂਨੇਟਲੀ ਇਹਨਾਂ ਗੁਰੂ ਘਰਾਂ ਵਿੱਚ ਵਪਾਰ, ਇਹਨਾਂ ਗੁਰੂ ਘਰਾਂ ਵਿੱਚ ਉਹ ਚੀਜ਼ ਚੱਲ ਪਈ ਜਿਹੜੀ ਗੁਰਮਤ ਤੋਂ ਬਹੁਤ ਦੂਰ ਹੈ। ਗੁਰਮਤ ਦਾ ਕਿਧਰੇ ਵੀ ਕੋਈ ਨਾਮੋ ਨਿਸ਼ਾਨ ਇਸ ਵਿੱਚ ਮਿਲਦਾ ਨਹੀਂ ਹੈ। ਇਹ ਸਾਡੇ ਲਈ ਅਨਫੋਰਚੂਨੇਟ ਹੈ, ਸਾਡੇ ਵਾਸਤੇ ਦੁਰਭਾਗੇ ਵਾਲੀ ਗੱਲ ਹੈ। ਲਿਹਾਜ਼ਾ ਮੇਰਾ ਐਂਟਰ ਕਰਨ ਦਾ ਇਸ ਇਲੈਕਸ਼ਨ ਵਿੱਚ, ਮੈਂ ਤਾਂ ਇਲੈਕਸ਼ਨ ਨਾਮ ਵੀ ਲੈਣਾ ਨਹੀਂ ਚਾਹੁੰਦਾ ਇਸ ਦਾ, ਪਰ ਮੈਂ ਅਗਰ ਐਂਟਰ ਕਰ ਰਿਹਾ ਤਾਂ ਸਿਰਫ ਇਸੇ ਸੋਚ ਵਾਸਤੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਭਾਣਾ ਵਰਤਾਏ ਅਤੇ ਸੰਗਤ ਸੁਚੇਤ ਹੋਵੇ ਔਰ ਸੰਗਤ ਨੂੰ ਗੁਰੂ ਪ੍ਰਤੀ ਜਿਹੜੀ ਆਪਣੀ ਇੱਕ ਭਾਵਨਾ ਹੈ, ਇੱਕ ਜਿਹੜੀ ਪੰਥ ਦਰਦੀ ਜਿਹੜੀ ਨੀਅਤ ਹੈ ਉਹ ਸਾਹਮਣੇ ਆਏ। ਜੇ ਆਪਾਂ ਆਪਣੇ ਘਰ ਵਾਸਤੇ ਜਾਂ ਆਪਣੇ ਗਵਾਂਢੀਆਂ ਵਾਸਤੇ ਜਾਂ ਕਿਸੇ ਫੰਕਸ਼ਨ ਵਾਸਤੇ ਇਤਨਾ ਕੰਸਰਨ ਰੱਖਦੇ ਹਾਂ ਤੇ ਕਿਉਂ ਨਾ ਉਸ ਕੌਮ ਦੇ ਪ੍ਰਤੀ ਜਿਸ ਨੇ ਸਾਨੂੰ ਜੀਵਨ ਦਿੱਤਾ, ਡਿਗਨਿਟੀ ਦਿੱਤੀ, ਅਸੀਂ ਉਸ ਕੌਮ ਦੇ ਪ੍ਰਤੀ ਇਤਨਾ ਅਵੇਸਲਾਪਨ ਕਿਉਂ? ਇਹ ਸਾਡੀ ਅਨਫੋਰਚੂਨੇਟ ਹੈ। ਬਿਲਕੁਲ। ਤੇ ਵੀਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਤਾਂ ਇਲੈਕਸ਼ਨ ਦੇ ਹੱਕ ਦੇ ਵਿੱਚ ਹੀ ਨਹੀਂ ਹੋ, ਹੈ ਨਾ, ਤੇ ਜਦੋਂ ਤੁਹਾਨੂੰ ਜਿਵੇਂ ਸਾਥੀਆਂ ਨੇ ਜਾਂ ਕਹਿ ਲਓ ਜਿਹੜੇ ਇਹ ਗੱਲ ਸੋਚਦੇ ਨੇ ਕਿ ਤੁਸੀਂ ਡਿਜ਼ਰਵ ਕਰਦੇ ਹੋ, ਤੁਹਾਨੂੰ ਸੇਵਾ ਦੇ ਲਈ ਅੱਗੇ ਆਉਣਾ ਚਾਹੀਦਾ, ਜਦੋਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਜਿਹੜਾ ਇਲੈਕਸ਼ਨ ਲੜੋ ਜਾਂ ਇਲੈਕਸ਼ਨ ਦੇ ਵਿੱਚ ਆਓ ਇਸ ਚੀਜ਼ ਦੇ ਲਈ, ਤਾਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਸੀਗਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਿਵੇਂ ਦਾ ਤੁਸੀਂ ਮਹਿਸੂਸ ਕੀਤਾ, ਇਸ ਗੱਲ ਨੂੰ ਸੋਚਣ ਦੇ ਲਈ ਕਿੰਨਾ ਸਮਾਂ ਲੱਗਿਆ? ਰਮਨ ਜੀ, ਐਸਾ ਹੈ ਕਿ ਜਿਸ ਤਰ੍ਹਾਂ ਦਾ ਤੁਹਾਡਾ ਨੇਚਰ ਹੋਏਗਾ, ਸੰਗੀ ਸਾਥੀ ਵੀ ਤੁਹਾਡੇ ਉਸ ਤਰ੍ਹਾਂ ਦੇ ਹੀ ਹੋਣਗੇ ਜੀ। ਜਿਸ ਤਰ੍ਹਾਂ ਦੀ ਬੰਦੇ ਦੀ ਫਿਤਰਤ ਹੁੰਦੀ ਹੈ ਉਸ ਤਰ੍ਹਾਂ ਦਾ ਉਹ ਸਾਥ ਵੀ ਭਾਲਦਾ ਹੈ। ਮੇਰੇ ਸੰਗੀ ਸਾਥੀ ਮੇਰੇ ਤਰੀਕੇ ਨਾਲ ਹੀ ਜਾਂ ਮੇਰੀ ਸੋਚ ਦੇ ਮੁਤਾਬਿਕ ਹੀ ਮੇਰੇ ਨਾਲ ਖੜੇ ਸੀਗੇ ਜੀ। ਉਹਨਾਂ ਦਾ ਗੱਲ ਕਰਨਾ ਇੱਕ ਚਿੰਗਾਰੀ ਨੂੰ ਬੂਸਟ ਕਰਨ ਦੀ ਗੱਲ ਸੀ ਕਿ ਨਹੀਂ, ਜੋ ਦਬੀ ਹੋਈ ਚੀਜ਼ਾਂ ਨੇ ਉਹ ਕਿਉਂ ਨਾ ਤੁਸੀਂ ਬਾਹਰ ਲੈ ਕੇ ਆਓ। ਵਿਚਾਰਾਂ ਸਾਂਝੀਆਂ ਹੁੰਦੀਆਂ ਰਹੀਆਂ ਅਤੇ ਇਸ ਮੁੱਦੇ 'ਤੇ ਆਪਾਂ ਪੁੱਜ ਗਏ ਕਿ ਨਹੀਂ, ਇਲੈਕਸ਼ਨ ਪ੍ਰੋਸੈਸ ਆਪਾਂ ਡਿਨਾਈ ਕਰਦੇ ਹਾਂ, ਇਲੈਕਸ਼ਨ ਪ੍ਰੋਸੈਸ ਨੂੰ ਆਪਾਂ ਡਿਨਾਈ ਕਰਦੇ ਹਾਂ, ਪਰ ਇਹ ਹੀ ਇੱਕ ਕਾਰਨ ਸੀ, ਇਹ ਹੀ ਇੱਕ ਵੇ ਸੀ ਜਿੱਥੇ ਆਪਾਂ ਜਾ ਕੇ ਸੰਗਤ ਨੂੰ ਸੁਚੇਤ ਕਰ ਸਕਦੇ ਹਾਂ ਅਤੇ ਇਸ ਵਿੱਚ ਜਾਣਾ ਮੁਮਕਿਨ ਹੋ ਪਾਇਆ। ਉਹ ਸੰਗੀ ਸਾਥੀਆਂ ਨੇ, ਉਹ ਮਿੱਤਰ ਜਿਹੜੇ ਸਨ, ਉਹਨਾਂ ਨੇ ਬੈਠ ਕੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਇੱਕ ਮਕਸਦ ਤੈਅ ਕੀਤਾ ਕਿ ਕਿਸ ਮਕਸਦ ਨੂੰ ਲੈ ਕੇ ਅਸੀਂ ਇਸ ਇਲੈਕਸ਼ਨ ਪ੍ਰੋਸੈਸ ਵਿੱਚ ਜਾ ਕੇ ਅਤੇ ਤਾਂ ਕਿ ਆਪਾਂ ਸੰਗਤ ਸੁਚੇਤ ਕਰਨੀ ਹੈ ਔਰ ਗੁਰੂ ਪ੍ਰਤੀ ਉਹ ਗੁਰਮਤਾ ਜਿਹੜਾ ਉਹ ਜਗਾਉਣਾ ਹੈ ਜਿਹੜਾ ਬੜੀ ਦੇਰ ਤੋਂ ਸੁੱਤਾ ਪਿਆ ਹੈ।
ਤੇ ਵੀਰ ਜੀ ਕਿਆ ਤੁਸੀਂ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਦੁੱਖ ਦੀ ਗੱਲ ਹੈ ਕਿ ਸਾਡੀਆਂ ਮਤਾਂ ਆਪਸ 'ਚ ਨਹੀਂ ਮਿਲਦੀਆਂ ਹਨਾ, ਇਹੀ ਕਾਰਨ ਹੈ ਇਲੈਕਸ਼ਨ ਹੋ ਰਹੀ ਹੈ। ਜੇ ਸਾਡੀ ਆਪਸ 'ਚ ਸੋਚ ਮਿਲਦੀ ਹੋਵੇ, ਜੇਕਰ ਸਾਰੇ ਧੜੇ ਸੋਚ ਕੇ, ਪਹਿਲੀ ਗੱਲ ਤੇ ਧੜੇ ਨਾਮ ਹੀ ਇਉਂ ਲੱਗਦਾ ਵੀ ਇਹ ਮਤਲਬ ਨਹੀਂ ਹੋਣਾ ਚਾਹੀਦਾ ਇਹ ਹਨਾ, ਤੇ ਉਸ ਚੀਜ਼ ਦਾ ਕਿੰਨਾ ਕੁ ਘਾਟਾ ਸਾਨੂੰ ਆਪ ਨੂੰ ਹੀ ਪੈ ਰਿਹਾ ਕਿ ਸਾਡੇ ਆਪਸ ਦੇ 'ਚ ਮੱਤ ਹੀ ਨਹੀਂ ਮਿਲ ਰਹੀ। ਇਹ ਬਹੁਤ ਹੀ ਅਨਫੋਰਚੂਨੇਟ ਹੈ। ਜੇ ਆਪਾਂ ਉਹ ਸਾਗਰ, ਉਹ ਬਹੁਤ, ਉਹ ਗਿਆਨ ਦਾ ਭੰਡਾਰ ਅਸੀਂ ਪੜ੍ਹਿਆ ਹੁੰਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਹੁੰਦਾ, ਤੇ ਫਿਰ ਇਹ ਹੋਛੀਆਂ ਗੱਲਾਂ ਅਸੀਂ ਨਾ ਕਰਦੇ। ਜੇ ਗੁਰੂ ਮਤ ਹੀ ਅਸੀਂ ਧਾਰਨ ਕੀਤਾ ਹੁੰਦਾ ਤੇ ਆਪਣੀ ਮਤ ਕਿਤੇ ਨਾ ਆਉਂਦੀ। ਆਪਣੀ ਮਤ ਤਾਂ ਮਰ ਜਾਂਦੀ ਹੈ ਜਦੋਂ ਗੁਰੂ ਦੀ ਮਤ ਆਉਂਦੀ ਹੈ। ਗੁਰੂ ਸਾਹਿਬ ਨੇ ਸਿੱਧਾ ਫਰਮਾਨ ਕੀਤਾ ਹੈ, ਹਮ ਹਰ ਸਿਉ ਧੜਾ ਕੀਆ। ਗੁਰਬਾਣੀ ਪੜ੍ਹਨ ਵਾਲਾ ਜਦੋਂ ਇਹ ਪੜ੍ਹੇਗਾ ਕਿ ਹਮ ਹਰ ਸਿਉ ਧੜਾ ਕੀਆ, ਮੇਰੀ ਹਰ ਟੇਕ, ਤਾਂ ਫਿਰ ਰਮਨ ਜੀ ਧੜਾ ਤਾਂ ਰਹਿੰਦਾ ਹੀ ਕੋਈ ਨਹੀਂ ਹੈ। ਮੈਨੂੰ ਤਾਂ ਇਸ ਗੱਲ ਦਾ ਅਫਸੋਸ ਹੈ ਕਿ ਗੁਰਦੁਆਰੇ ਦੀ ਚੋਣ, ਗੁਰਦੁਆਰੇ ਦੇ ਲਈ ਸੇਵਾ ਲਈ ਆਪਾਂ ਜਾ ਰਹੇ ਹਾਂ। ਧੜਾ ਕਾਹਦਾ? ਉਹਨੂੰ ਮੈਦਾਨ ਬਣਾਤਾ। ਧੜਾ ਕਾਹਦਾ? ਉਹ ਗਰੁੱਪ ਕਾਹਦਾ? ਉਹ ਧੜੇ ਦਾ ਜਿਹੜਾ ਪ੍ਰਮੁੱਖ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਸਾਹਿਬ ਨੇ ਸਿੱਧਾ ਕਹਿਤਾ, ਹਮ ਹਰ ਸਿਉ ਧੜਾ ਕੀਆ। ਮੇਰਾ ਤਾਂ ਧੜਾ ਕੋਈ ਹੈ ਹੀ ਨਹੀਂ ਹੈ। ਮੇਰਾ ਤਾਂ ਧੜਾ ਮੇਰਾ ਹਰ ਹੈ, ਮੇਰਾ ਪ੍ਰਭੂ ਹੈ, ਮੇਰਾ ਪ੍ਰਮਾਤਮਾ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਤਾਂ ਫਿਰ ਦੂਜੇ ਧੜਿਆਂ ਦੀ ਤਾਂ ਗੱਲ ਹੀ ਨਹੀਂ ਚੱਲਦੀ। ਮਸਲਾ ਸਿਰਫ ਇਹ ਰਹਿ ਗਿਆ ਕਿ ਅਸੀਂ ਧੜਾ ਤਦੋਂ ਤਿਆਰ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਲਾਂਭੇ ਕਰਤਾ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲੋਂ ਜਦੋਂ ਦੂਰ ਚਲੇ ਗਏ, ਅਸੀਂ ਧੜਿਆਂ 'ਚ ਪੈ ਗਏ। ਔਰ ਰਮਨ ਜੀ ਮੈਂ ਇੱਕ ਗੱਲ ਸਾਫ਼ ਕਹਿਣਾ ਚਾਹੁੰਦਾ, ਕਿਉਂਕਿ ਤੁਹਾਡੇ ਰਾਹੀਂ ਮੈਂ ਸੰਗਤਾਂ ਨੂੰ ਰੂਬਰੂ ਵੀ ਹੋ ਰਿਹਾ, ਕਿ ਇੱਕ ਗੱਲ ਸਾਧ ਸੰਗਤ ਜਾਣ ਲਓ ਕਿ ਜੋ ਧੜੇਬਾਜ਼ੀ ਵਿੱਚ ਪਿਆ ਹੈ ਉਹ ਗੁਰਸਿੱਖ ਹੀ ਨਹੀਂ, ਜੋ ਧੜਿਆਂ ਵਿੱਚ ਪਿਆ ਹੈ ਉਹ ਸਿੱਖ ਹੀ ਨਹੀਂ ਹੈ। ਜੇ ਤੁਸੀਂ ਸਿੱਖ ਦੀ ਕ੍ਰਾਈਟੇਰੀਆ ਨੂੰ ਨਾਪਣਾ ਹੈ ਤੇ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੜਾ ਮੰਨ ਰਿਹਾ ਉਸ ਨੂੰ ਗੁਰਸਿੱਖ ਲਗਾ ਕੇ ਉਸ ਨੂੰ ਟਿਕ ਕਰ ਦਿਓ, ਤੇ ਜਿਹੜਾ ਦੂਸਰਿਆਂ ਧੜਿਆਂ ਦੀ ਗੱਲ ਕਰ ਰਿਹਾ ਹੈ, ਜਿਹੜੇ ਆਵਣ ਜਾਵਣ ਵਾਲੇ ਨੇ, ਉਹ ਸਿੱਖ ਹੀ ਨਹੀਂ ਹੋ ਸਕਦੇ। ਉਹ ਵਿਪਰ ਦੇ ਬਹੁਤ ਨਜ਼ਦੀਕ ਹਨ, ਸਿੱਖ ਤੋਂ ਬਹੁਤ ਦੂਰ ਹਨ। ਹਾਂ ਬਿਲਕੁਲ। ਤੇ ਵੀਰ ਜੀ ਇੱਕ ਬੜਾ ਹੀ ਜ਼ਰੂਰੀ ਸਵਾਲ ਜਿਹੜਾ ਮੈਨੂੰ ਲੱਗਦਾ ਹੁਣ ਤੁਹਾਡੇ ਇਸ ਇੰਟਰਵਿਊ ਦੇ ਬਾਅਦ ਬਹੁਤ ਸਾਰੇ ਜਾਣਿਆਂ ਦੇ ਜ਼ਿਹਨ ਦੇ ਵਿੱਚ ਆਵੇਗਾ ਕਿ ਤੁਸੀਂ ਐਜ਼ ਅ ਇੰਪਲੋਈ ਵੀ ਆਪਣੀ ਇੱਕ ਜੌਬ ਕਰ ਰਹੇ ਹੋ, ਤੁਸੀਂ ਗਵਰਨਮੈਂਟ ਇੰਪਲੋਈ ਹੋ ਹੈ ਨਾ, ਪੁਲਿਸ ਵਿਭਾਗ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ, ਅਤੇ ਨਾਲ ਹੀ ਜਿਹੜਾ ਹੁਣ ਇਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੋਣਾਂ ਨੇ ਉਹਦੇ ਵਿੱਚ ਹੁਣ ਤੁਹਾਨੂੰ ਗੁਰਦੁਆਰਾ ਪ੍ਰਬੰਧਨ ਦੇ ਵਿੱਚ ਜੇਕਰ ਸੇਵਾ ਮਿਲਦੀ ਹੈ, ਉਹ ਵੀ ਇੱਕ ਸੇਵਾ ਹੈ। ਕਿਵੇਂ ਵੇਖਦੇ ਹੋ ਇਸ ਸੇਵਾ ਨੂੰ, ਤੇ ਉਹ ਜਿਹੜੀ ਤੁਸੀਂ ਬਤੌਰ ਆਪਦੀ ਕਿਰਤ ਸੇਵਾ ਕਰ ਰਹੇ ਹੋ ਉਹਨੂੰ ਕਿਵੇਂ ਜਿਹੜਾ ਚੱਲੋਗੇ ਲੈ ਕੇ? ਦੇਖੋ, ਸੇਵਾ ਹੀ ਹੁੰਦੀ ਹੈ। ਤੁਹਾਡੇ ਮਨ ਦੇ ਉੱਪਰ ਡਿਪੈਂਡ ਕਰਦਾ ਹੈ, ਤੁਹਾਡੇ ਅੰਦਰ ਦੀ ਨੀਅਤ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਸੇਵਾ ਨੂੰ ਕਿਸ ਹੱਦ ਤੱਕ ਆਪਣੇ ਉੱਪਰ ਲੈ ਰਹੇ ਹੋ। ਜੇ ਤੁਸੀਂ ਪੁਲਿਸ ਦੀ ਡਿਊਟੀ ਕਰ ਰਹੇ ਹੋ, ਸੇਵਾ ਦਾ ਇੱਕ ਮੌਕਾ ਤੁਹਾਨੂੰ ਵਿਦ ਫੁੱਲ ਪਾਵਰਸ ਮਿਲ ਜਾਂਦਾ ਹੈ। ਮਤਲਬ ਅੰਡਰ ਦਾ ਓਬਲੀਗੇਸ਼ਨ, ਅੰਡਰ ਦਾ ਲਾ, ਯੂ ਕੈਨ ਡੂ ਫॉर द ਵੈਲਫੇਅਰ ਆਫ ਦ ਸੋਸਾਇਟੀ। ਤੁਸੀਂ ਕਰਦੇ ਹੋ ਸੇਵਾ, ਉਹ ਵੀ ਹੈ ਸੇਵਾ, ਗੁਰੂ ਧਾਮਾਂ ਦੀ ਵੀ ਹੈ। ਫਰਕ ਸਿਰਫ ਇਤਨਾ ਹੈ ਕਿ ਉਹ ਜਿਹੜੀ ਲੋਕਾਈ ਜਿਹੜੀ ਤੁਸੀਂ ਜਿਸ ਤਰ੍ਹਾਂ ਕਿਸੇ ਡਿਪਾਰਟਮੈਂਟ ਦੇ ਥਰੂ ਜਾਂ ਪੁਲਿਸ ਦੇ ਡਿਪਾਰਟਮੈਂਟ ਦੀ ਤਰਫੋਂ ਕੋਈ ਸੇਵਾ ਕਰਦੇ ਹੋ, ਤੁਹਾਡਾ ਘੇਰਾ ਵੱਧ ਜਾਂਦਾ ਹੈ ਜੀ। ਉਸ ਵਿੱਚ ਕਾਫੀ ਵੇਰੀਏਸ਼ਨ ਆਫ ਕੇਸਿਸ ਜਿਹੜੇ ਤੁਸੀਂ ਡੀਲ ਕਰਦੇ ਹੋ, ਉਸ ਵਿੱਚ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਨੇ, ਕੁਝ ਵੇਰੀਏਸ਼ਨਸ ਜਿਹੜੀਆਂ ਉਹਨਾਂ ਨੂੰ ਤੁਸੀਂ ਡੀਲ ਕਰਦੇ ਹੋ। ਔਰ ਹੋ ਸਕਦਾ ਹੈ ਕਿ ਉਸ ਸੇਵਾ ਦਾ ਘੇਰਾ ਤੁਹਾਡਾ ਹੋਰ ਗੈਰ ਜਿਹੜੇ ਮਜ਼ਹਬ ਨੇ ਉਹਨਾਂ ਤੱਕ ਵੀ ਪੁੱਜ ਜਾਵੇ। ਗੁਰੂ ਘਰ ਦੀਆਂ ਸੇਵਾਵਾਂ ਵਿੱਚ ਸਭ ਤੋਂ ਵੱਡੀ ਸੇਵਾ, ਮੈਂ ਸਾਧ ਸੰਗਤ ਨੂੰ ਇੱਕੋ ਬੇਨਤੀ ਕਰਾਂਗਾ, ਗੁਰੂ ਘਰ ਦੀ ਸੇਵਾ ਗੁਰਮਤਿ ਦਾ ਪ੍ਰਚਾਰ ਹੈ, ਔਰ ਗੁਰਮਤਿ ਦਾ ਪ੍ਰਚਾਰ ਹੀ ਇਨਸਾਨੀਅਤ ਦਾ ਪ੍ਰਚਾਰ ਹੈ, ਔਰ ਇਨਸਾਨੀਅਤ ਦਾ ਪ੍ਰਚਾਰ ਹੀ ਖਲਕਤ ਦੀ ਸੇਵਾ ਹੈ। ਠੀਕ ਜੀ। ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਹੈ ਕਿ ਇੱਕ ਸੇਵਾ ਜਿਹੜੀ ਤੁਹਾਨੂੰ ਮਿਲੀ ਹੈ ਔਰ ਦੂਸਰੀ ਸੇਵਾ, ਉਹ ਸੇਵਾ ਤੁਸੀਂ ਆਪਦੇ ਭਾਵ ਦੇ ਨਾਲ ਕਰੋਗੇ, ਉਹਦੇ ਵਿੱਚ ਤੁਹਾਡਾ ਧਾਰਮਿਕ ਤੁਹਾਡੀ ਭਾਵ ਹੈ, ਤੁਹਾਡੀ ਸ਼ਰਧਾ, ਉਹਨੂੰ ਉਸ ਤਰੀਕੇ ਦੇ ਨਾਲ ਕਰਨਾ। ਅਤੇ ਦੂਜੀ ਤੁਸੀਂ ਕਿਰਤ, ਚਲੋ ਉਹ ਆਪਦੀ ਦੂਜੇ ਪਾਸੇ ਜਿਹੜੀ ਚੱਲਦੀ ਰਹੇਗੀ। ਤਾਂ ਹੁਣ ਵੀਰ ਜੀ ਜਿਵੇਂ ਕਹਿ ਲਓ ਕਿ ਸਮਾਂ ਕਾਫੀ ਨੇੜੇ ਆਉਂਦਾ ਜਾਂਦਾ, ਇਹ ਜਿਹੜਾ ਚਲੋ ਚੋਣਾਂ ਦਾ, ਜਿਵੇਂ ਤੁਸੀਂ ਕਿਹਾ ਕਿ ਇਲੈਕਸ਼ਨ ਦਾ, ਤਾਂ ਕਿਵੇਂ ਵੇਖਦੇ ਹੋ ਕਿ ਕਿਹੋ ਜਿਹੇ ਚਿਹਰੇ ਨੇ ਜਿਹੜੇ ਹੋਰ ਅੱਗੇ ਆਉਣੇ ਚਾਹੀਦੇ ਨੇ
ਕਿੰਨਾਂ ਨੂੰ ਤੁਸੀਂ ਵੀ ਤਾਂ ਆਪਦੇ ਤੌਰ ਦੇ ਉੱਤੇ ਆਸੇ-ਪਾਸੇ ਵੇਖਦੇ ਹੀ ਹੋਵੋਗੇ, ਵਿਚਰਦੇ ਹੋਏ ਵੀ ਉਹ ਇਨਸਾਨ ਜਿਹੜਾ ਆ ਸਕਦਾ ਇਸ ਪਾਸੇ ਵੱਲ, ਲੇਕਿਨ ਆ ਨਹੀਂ ਰਿਹਾ। ਔਰ ਇਹਦੇ ਕਰਕੇ ਇਹ ਨਹੀਂ ਲੱਗਦਾ ਜਿਹੜੇ ਅਸੀਂ ਆਪਸ ਦੇ ਵਿੱਚ ਜਦੋਂ ਇਲੈਕਸ਼ਨਸ ਲੜਦੇ ਹਾਂ ਉਸ ਟਾਈਮ ਅਸੀਂ ਇੰਨਾ ਕੁਛ ਕਰ ਜਾਂਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਮੂੰਹ ਮੱਥੇ ਜਿਵੇਂ ਬੋਲ ਚਾਲ ਤੋਂ ਵੀ ਚਲੇ ਜਾਂਦੇ ਹਾਂ, ਹੈ ਨਾ। ਹੁੰਦੀ ਤਾਂ ਉਹ ਸੇਵਾ ਹੀ ਆ, ਅਤੇ ਇਹਦੇ ਕਰਕੇ ਆਮ ਸੰਗਤ ਵੀ ਤਾਂ ਪ੍ਰਭਾਵਿਤ ਹੁੰਦੀ ਹੈ ਨਾ, ਕਿ ਸੰਗਤ ਸੋਚਦੀ ਹੈ ਕਿ ਨੌਜਵਾਨ ਜ਼ਿਆਦਾਤਰ ਇਹ ਸੋਚਦਾ ਹੈ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਗਿਆ ਹੈ ਕਿ ਜਿਹੜਾ ਓਨੈਸਟ ਆਦਮੀ ਹੈ ਔਰ ਜੋ ਕੁਝ ਕਰਨਾ ਚਾਹੁੰਦਾ ਹੈ ਉਹ ਇਸ ਵਰਸਟ ਸਿਨੈਰੀਓ ਨੂੰ ਦੇਖ ਕੇ ਆਉਣ ਦੀ ਕੋਸ਼ਿਸ਼ ਹੀ ਨਾ ਕਰੇ। ਇਹ ਸਾਡਾ ਅਨਫੋਰਚੂਨੇਟ ਹੈ। ਪਰ ਸੰਗਤ ਇੱਕ ਮਾੜੀ ਗੱਲ ਜੋ ਵਾਪਰ ਰਹੀ ਹੈ ਸਾਡੀ ਸੰਗਤ ਵਿੱਚ ਜਾਂ ਸਾਡੇ ਮਾਸ਼ਰੇ ਵਿੱਚ, ਸਾਡੇ ਸੁਸਾਇਟੀ ਵਿੱਚ, ਉਹ ਹੈ ਕਿ ਸਾਡੇ ਕੋਲ ਵਿਜ਼ਡਮ ਨਹੀਂ ਰਹਿ ਗਿਆ, ਸਾਡੇ ਕੋਲ ਵਿਵੇਕ ਨਹੀਂ ਰਿਹਾ ਕਿ ਅਸੀਂ ਕਿਸੇ ਨੂੰ ਅੱਛਾ ਜਾਂ ਗਲਤ ਪਰਖ ਸਕੀਏ ਕਿ ਉਹ ਗਲਤ ਹੈ, ਉਹ ਰਾਈਟ ਔਰ ਰੋਂਗ ਹੈ। ਕਿਉਂਕਿ ਇਹ ਚੀਜ਼ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਪਤਾ ਚੱਲਣੀ ਸੀ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸੀ, ਉਸ ਕੋਲੋਂ ਸਿੱਖਿਆ ਲੈਣੀ ਸੀ, ਉਹਨਾਂ ਕੋਲ ਕੁਝ ਸਿੱਖਣਾ ਸੀ। ਅਸੀਂ ਸਿੱਖਣ ਦੇ ਬਜਾਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਈਡ 'ਤੇ ਕਰ ਦਿੱਤਾ। ਸਾਡੇ ਕੋਲ ਵਿਜ਼ਡਮ ਨਹੀਂ ਰਿਹਾ। ਸਾਡੇ ਕੋਲ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਵਿਵੇਕ ਸਾਨੂੰ ਬਹੁਤ ਚਾਹੀਦੀ ਹੈ। ਉਹ ਇਸੇ ਕਰਕੇ ਹੈ ਕਿ ਸਾਨੂੰ ਪਤਾ ਚੱਲ ਜਾਏ ਕਿ ਗੁਰਮਤ ਕੀ ਹੈ ਔਰ ਮਨਮਤ ਕੀ ਹੈ। ਅਸੀਂ ਮਨਮਤ ਔਰ ਗੁਰਮਤ ਨੂੰ ਡਿਫਰੈਂਸ਼ੀਏਟ ਕਰਨਾ ਹੀ ਭੁੱਲ ਗਏ ਹਾਂ, ਕਿਉਂਕਿ ਸਾਡੇ ਕੋਲ ਜਿਹੜੀ ਡਿਕਸ਼ਨਰੀ ਸੀ, ਸਾਡੇ ਕੋਲ ਜਿਹੜਾ ਸੋਮਾ ਸੀ ਗਿਆਨ ਦਾ, ਉਹ ਸਾਨੂੰ ਅਸੀਂ ਪਰੇ ਕਰਤਾ ਨਾ। ਜਿਹੜਾ ਜਿਸ ਕ੍ਰਾਈਟੇਰੀਆ ਤੋਂ ਅਸੀਂ ਫਿਕਸ ਕਰਨਾ ਸੀ ਕਿ ਇਹ ਅੱਛਾ ਹੈ ਗਲਤ ਹੈ, ਉਹ ਕ੍ਰਾਈਟੇਰੀਆ ਹੀ ਅਸੀਂ ਸਾਈਡ 'ਤੇ ਕਰ ਦਿੱਤਾ। ਅੱਛਾ ਔਰ ਸਹੀ ਦਾ ਜੋ ਨਿਰਣਾ ਸੰਗਤ ਨੇ ਲੈਣਾ ਸੀ, ਉਹ ਸੰਗਤ ਹੀ ਇਸ ਨਿਰਣੇ ਨੂੰ ਨਹੀਂ ਲੈ ਪਾ ਰਹੀ। ਜਦੋਂ ਸੰਗਤ ਨਿਰਣਾ ਲੈ ਲੇਗੀ ਤੇ ਪਤਾ ਚੱਲ ਜਾਏਗਾ ਕਿਹੜਾ ਗੁਰਸਿੱਖ ਹੈ ਤੇ ਕਿਹੜਾ ਮਨਮੁਖ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਗੁਰਬਾਣੀ ਸਿੱਧਾ ਉਹ ਹੈ ਕਿ ਜਿਹੜਾ ਮਨ ਤੋਂ ਹੋਰ ਮੁਖ ਤੋਂ ਹੋਰ ਹੈ, ਉਹ ਕਾਂਡੇ ਕੱਚਿਆ, ਉਸ ਦਾ ਕੋਈ ਸਿਰ ਪੈਰ ਹੀ ਨਹੀਂ ਹੈ। ਉਸ ਨੂੰ ਤੇ ਗੁਰੂ ਸਾਹਿਬ ਨੇ ਖਾਰਜ ਕਰਤਾ। ਤੇ ਜਿਹੜਾ ਸ਼ਖਸ ਗੁਰਮਤ ਦੀ ਗੱਲ ਹੀ ਨਹੀਂ ਕਰ ਰਿਹਾ, ਗੁਰਮਤ ਦੇ ਪ੍ਰਚਾਰ ਵਾਸਤੇ ਗੁਰਮਤ ਲਈ ਆਪਣੀ ਸ਼ਰਧਾ ਹੀ ਭੇਂਟ ਨਹੀਂ ਕਰ ਰਿਹਾ, ਉਹ ਗੁਰਮਤ ਦਾ ਇੱਕ ਵੀ ਫਲਸਫਾ ਉਸ ਨੂੰ ਪਤਾ ਨਹੀਂ ਹੈ, ਤੇ ਆਪਾਂ ਉਸ ਨੂੰ ਜਿਤਾਏ ਜਾਵਾਂਗੇ ਤੇ ਇਸ ਦਾ ਮਤਲਬ ਵਿਵੇਕਹੀਨ ਆਪਾਂ। ਸੰਗਤ ਵਿਵੇਕਹੀਨ ਹੈ, ਤੇ ਜਦੋਂ ਸੰਗਤ ਵਿਵੇਕਹੀਨ ਹੋ ਜਾਏ ਤੇ ਫਿਰ ਗੁਰੂ ਭਾਣਾ ਵਰਤਾਏ ਤੇ ਨਹੀਂ ਤਾਂ ਬੜਾ ਮੁਸ਼ਕਿਲ ਹੈ ਜੀ। ਤੇ ਵੀਰ ਜੀ, ਜੇਕਰ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਕੀ ਸੋਚ ਲੈ ਕੇ ਚੱਲ ਰਹੇ ਹੋ? ਦੇਖੋ ਰਮਨਦੀਪ ਜੀ, ਸੋਚ ਤਾਂ ਗੁਰੂ ਦੀ ਹੈ, ਮਨੋਰਥ ਗੁਰੂ ਦਾ ਹੈ, ਟਾਰਗੇਟ ਗੁਰੂ ਦਾ ਹੈ। ਮੇਰਾ ਆਣਾ ਮੇਰਾ ਗੁਰੂ, ਮੇਰਾ ਵਿੱਚ ਜਾਣਾ ਮੇਰਾ ਗੁਰੂ, ਮੇਰਾ ਬਾਹਰ ਨਿਕਲਣਾ ਮੇਰਾ ਗੁਰੂ। ਮੇਰੇ ਕਹਿਣ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ, ਗੁਰਮਤ ਦਾ ਪ੍ਰਚਾਰ ਗੁਰਦੁਆਰੇ ਵਿੱਚ, ਗੁਰਦੁਆਰੇ ਹੋਈ ਕੇ ਸੋਝੀ ਪਾਈ ਸੀ। ਸਿੱਧਾ ਗੁਰੂ ਸਾਹਿਬ ਨੇ ਸਾਫ਼ ਫਰਮਾਨ ਕੀਤਾ ਹੈ ਕਿ ਘਰ ਘਰ ਅੰਦਰ ਧਰਮਸਾਲ। ਗੁਰਮਤ ਕੀ ਹੈ ਗੁਰਦੁਆਰੇ ਤੋਂ ਪਤਾ ਚੱਲਣਾ ਸੀ। ਮੇਰਾ ਟਾਰਗੇਟ, ਮੈਂ ਗੁਰੂ ਕਿਰਪਾ ਬਖਸ਼ ਕਰੇ, ਸਾਰਿਆਂ 'ਤੇ ਬਖਸ਼ਿਸ਼ ਕਰੇ, ਇੱਕ ਸੋਝੀ ਦੇਵੇ ਕਿ ਇਹ ਇਲੈਕਸ਼ਨ ਜੋ ਇੱਕ ਮੀਡੀਏਸ਼ਨ ਹੈ ਜਿਸ ਦੇ ਥਰੂ ਆਪਾਂ ਐਂਟਰ ਕਰਨਾ ਹੈ, ਹਰ ਗੁਰਸਿੱਖ, ਹਰ ਜਿਹੜਾ ਕੰਟੈਸਟੈਂਟ ਹੈ, ਜਿਹੜਾ ਜਾਣ ਨੂੰ ਹੈ, ਉਸ ਨੂੰ ਗੁਰੂ ਬਖਸ਼ਿਸ਼ ਕਰੇ। ਗੁਰਮਤ ਦਾ ਪ੍ਰਚਾਰ ਪ੍ਰਾਇਰਟੀ ਹੈ। ਮਨਮਤ ਨੂੰ ਬਾਹਰ ਕੱਢਣਾ, ਗੁਰਮਤ ਨੂੰ ਲਿਆਉਣਾ ਔਰ ਗੁਰਮਤ ਦਾ ਪ੍ਰਚਾਰ ਹੀ ਮੇਰੀ ਕਸਵੱਟੀ ਹੈ, ਮੇਰਾ ਟਾਰਗੇਟ ਹੈ। ਔਰ ਗੁਰੂ ਬਖਸ਼ਿਸ਼ ਕਰੇ ਇਹ ਟਾਰਗੇਟ ਮੈਨੂੰ ਸਕਸੈਸਫੁਲ ਹੋਣ 'ਤੇ ਮੈਨੂੰ ਬਖਸ਼ਿਸ਼ ਕਰੇ ਜੀ। ਬਹੁਤ ਧੰਨਵਾਦ ਵੀਰ ਜੀ, ਗੱਲਬਾਤ ਕਰਨ ਦੇ ਲਈ ਤੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਤੇ ਜਿਸ ਤਰ੍ਹਾਂ ਦੇ ਨਾਲ ਸਰਦਾਰ ਇੰਦਰਜੀਤ ਸਿੰਘ ਹੋਣਾ ਨੇ ਆਪਣੇ ਨਾਲ ਆਪਦੇ ਵਿਚਾਰ ਸਾਂਝੇ ਕੀਤੇ ਨੇ, ਕਿਉਂਕਿ ਹਲਕਾ ਡਿਗਿਆਣਾ ਤੋਂ ਸੰਗਤ ਦੇ ਕੋਲੋਂ ਇਹ ਅਪੀਲ ਕਰ ਰਹੇ ਨੇ। ਇਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਕਿਹਾ ਕਿ ਇੱਕ ਵਧੀਆ ਔਰ ਅੱਛਾ ਸੇਵਾਦਾਰ ਚੁਣ ਕੇ ਜਿਹੜਾ ਅੱਗੇ ਆਉਣਾ ਚਾਹੀਦਾ ਹੈ, ਸੇਵਾ ਭਾਵ ਵਧੀਆ ਹੋਣਾ ਚਾਹੀਦਾ ਗੁਰਦੁਆਰਾ ਪ੍ਰਬੰਧਨਾਂ ਨੂੰ ਲੈ ਕੇ। ਤੇ ਉਹੀ ਆਪਾਂ ਫਿਰ ਤੋਂ, ਜਿਵੇਂ ਮੈਂ ਇੱਕ ਵਾਰ ਫਿਰ ਤੋਂ ਅਪੀਲ ਕਰਦੀ ਹਾਂ ਕਿ ਇੱਕ ਬਾਣੀ ਚੈਨਲ ਦੇ ਰਾਹੀਂ ਤੁਸੀਂ ਆਪਦੇ ਵਿਚਾਰ ਸਾਂਝੇ ਕਰੋ। ਸ਼ੁਰੂਆਤ ਆਪਾਂ ਸਰਦਾਰ ਇੰਦਰਜੀਤ ਸਿੰਘ ਜੀ ਹੋਣਾ ਤੋਂ ਕੀਤੀ ਹੈ। ਇੱਕ ਦੂਜੇ ਦੇ ਮੂੰਹ ਵੱਲ ਨਾ ਝਾਕੋ ਕਿ ਕੌਣ ਆ ਕੇ ਕੀ ਕਹਿੰਦਾ, ਫਿਰ ਉਹਦੀਆਂ ਗੱਲਾਂ ਨੂੰ ਮੈਂ ਫੜਾਂ, ਫਿਰ ਉਹਦੀਆਂ ਗੱਲਾਂ ਨੂੰ ਮੈਂ ਗਾਂਹ ਆ ਕੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਲੈ ਕੇ ਚੱਲਾਂ। ਅਜਿਹਾ ਨਹੀਂ ਹੈ। ਜੇਕਰ ਸੇਵਾ ਭਾਵ ਲੈ ਕੇ ਆਇਓ ਤਾਂ ਵਿਚਾਰ ਵੀ ਖੁੱਲ੍ਹੇ ਲੈ ਕੇ ਚੱਲੋ। ਆਪਦੇ ਵਿਚਾਰਾਂ ਨੂੰ ਸੰਗਤਾਂ ਦੇ ਨਾਲ ਸਾਂਝਾ ਕਰੋ। ਸੰਗਤਾਂ ਫੇਰ ਹੀ, ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਦੀ ਜੇਕਰ ਤੁਹਾਨੂੰ ਪਾਵਰ ਮਿਲੀ ਹੋਈ ਹੈ, ਸੋਸ਼ਲ ਮੀਡੀਆ ਪਲੇਟਫਾਰਮ ਤੁਹਾਡੇ ਕੋਲ ਹੈ ਨੇ, ਤਾਂ ਕੈਂਡੀਡੇਟਸ ਦੇ ਵੀ ਵਿਚਾਰ ਸੁਣੋ, ਆਪਦੇ ਵਿਚਾਰ ਵੀ ਕਮੈਂਟਸ ਦੇ ਰਾਹੀਂ ਜ਼ਰੂਰ ਦਿਓ। ਮੈਂ ਫਿਰ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਹੋਣਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸ਼ੁਰੂਆਤ ਕਰ ਦਿੱਤੀ ਹੈ। ਹੁਣ ਅੱਗੇ ਵੇਖਦੇ ਹਾਂ ਵੀ ਕਿੰਨੇ ਕੁ ਵਿਚਾਰ ਸਾਡੇ ਤੱਕ ਆਉਂਦੇ ਨੇ ਤੇ ਕਿੰਨੇ ਕੁ ਵਿਚਾਰ ਆਪਾਂ ਸੰਗਤਾਂ ਦੇ ਨਾਲ ਸਾਂਝੇ ਕਰਦੇ, ਤੇ ਸੁਨੇਹਾ ਜ਼ਰੂਰ ਦੇ ਦਿਓ। ਮੈਂ ਭੁੱਲ ਗਈ ਸੀ ਅਖੀਰ ਦੇ ਵਿੱਚ ਸੁਨੇਹਾ ਵੀ ਹੁੰਦਾ ਆਪਣਾ ਇੱਕ। ਮੈਂ ਇੱਕ ਬਾਣੀ ਦੀ ਤਰਫੋਂ ਸੰਗਤ ਨਾਲ ਰੂਬਰੂ ਹੋਇਆ। ਸਾਧ ਸੰਗਤ, ਇੱਕੋ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਪਕੜੋ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਅੱਖਾਂ ਹੀ ਅੰਨੀਆਂ ਹੋ ਜਾਣੀ ਚਾਹੀਦੀਆਂ ਨੇ। ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਨਜ਼ਰ ਆਉਣੇ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈ ਲਓਗੇ, ਕੌਮ ਵੀ ਬਚੇਗੀ, ਦੇਸ਼ ਵੀ ਬਚੇਗਾ। ਜੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਨਹੀਂ ਲਿਆ ਤਾਂ ਕੌਮ ਵੀ ਨਹੀਂ ਬਚੇਗੀ, ਦੇਸ਼ ਵੀ ਨਹੀਂ ਬਚਾ ਪਾਓਗੇ। ਸਾਡੀ ਪ੍ਰਾਇਰਟੀ ਕੌਮ, ਦੇਸ਼, ਮੁਆਸ਼ਰਾ, ਸੁਸਾਇਟੀ ਔਰ ਹਰ ਇੱਕ ਮਨੁੱਖ ਨੂੰ ਬਚਾਉਣਾ ਹੈ, ਹਰ ਇੱਕ ਇਨਸਾਨੀਅਤ ਨੂੰ ਬਚਾਉਣਾ ਹੈ। ਇਹ ਸਾਡਾ ਸਿੱਖੀ ਦਾ ਪੈਗਾਮ ਹੈ ਔਰ ਸਿੱਖੀ ਦਾ ਪੈਗਾਮ ਗੁਰੂ ਗ੍ਰੰਥ ਸਾਹਿਬ ਤੋਂ ਨਜ਼ਰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਆਪ ਸਿੱਖਿਆ ਮਿਲ ਜਾਏਗੀ ਔਰ ਇਨਸਾਨੀਅਤ ਲਈ ਜੋ ਆਪ ਉਦਮ ਕਰੋਗੇ ਇਹ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਨਗੇ। ਇੰਨੀ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸੰਗਤ ਸੁਚੇਤ ਹੋ ਜਾਵੇ ਕਿ ਜੋ ਆਪਾਂ ਕਰ ਰਹੇ ਹਾਂ ਇਹ ਗੁਰਮਤ ਨਹੀਂ ਹੈ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਸੰਗਤ ਸੁਚੇਤ ਹੋ ਜਾਵੇ, ਇਲੈਕਸ਼ਨਸ ਗੁਰਮਤ ਦਾ ਸਿਧਾਂਤ ਨਹੀਂ ਹੈ ਔਰ ਨਾ ਹੀ ਸੀ, ਨਾ ਹੈ ਔਰ ਨਾ ਰਹੇਗਾ। ਤਾਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਸੀਗਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਿਵੇਂ ਦਾ ਤੁਸੀਂ ਮਹਿਸੂਸ ਕੀਤਾ, ਇਸ ਗੱਲ ਨੂੰ ਸੋਚਣ ਦੇ ਲਈ ਕਿੰਨਾ ਸਮਾਂ ਲੱਗਿਆ? ਪਰ ਇਹ ਹੀ ਇੱਕ ਕਾਰਨ ਸੀ, ਇਹ ਹੀ ਇੱਕ ਵੇ ਸੀ ਜਿੱਥੇ ਆਪਾਂ ਜਾ ਕੇ ਸੰਗਤ ਨੂੰ ਸੁਚੇਤ ਕਰ ਸਕਦੇ ਹਾਂ ਤੇ ਇਸ ਵਿੱਚ ਜਾਣਾ ਮੁਮਕਿਨ ਹੋ ਪਾਇਆ। ਉਹ ਸੰਗੀ ਸਾਥੀਆਂ ਨੇ, ਉਹ ਮਿੱਤਰ ਜਿਹੜੇ ਸਨ, ਉਹਨਾਂ ਨੇ ਬੈਠ ਕੇ ਵਿਚਾਰਾਂ ਸਾਂਝੇ ਕੀਤੀਆਂ। ਮੈਨੂੰ ਤਾਂ ਇਸ ਗੱਲ ਦਾ ਅਫਸੋਸ ਹੈ ਕਿ ਗੁਰਦੁਆਰੇ ਦੀ ਚੋਣ, ਗੁਰਦੁਆਰੇ ਦੇ ਲਈ ਸੇਵਾ ਲਈ ਆਪਾਂ ਜਾ ਰਹੇ ਹਾਂ। ਧੜਾ ਕਾਹਦਾ, ਉਹ ਗਰੁੱਪ ਕਾਹਦਾ? ਤਾਂ ਕਿਵੇਂ ਵੇਖਦੇ ਹੋ ਕਿ ਕਿਹੋ ਜਿਹੇ ਚਿਹਰੇ ਨੇ ਜਿਹੜੇ ਹੋਰ ਅੱਗੇ ਆਉਣੇ ਚਾਹੀਦੇ ਨੇ? ਤੇ ਜਿਹੜਾ ਸ਼ਖਸ ਗੁਰਮਤ ਦੀ ਗੱਲ ਹੀ ਨਹੀਂ ਕਰ ਰਿਹਾ, ਗੁਰਮਤ ਦੇ ਪ੍ਰਚਾਰ ਵਾਸਤੇ, ਗੁਰਮਤ ਲਈ ਆਪਣੀ ਸ਼ਰਧਾ ਹੀ ਭੇਂਟ ਨਹੀਂ ਕਰ ਰਿਹਾ, ਉਹ ਗੁਰਮਤ ਦਾ ਇੱਕ ਵੀ ਫਲਸਫਾ ਉਸ ਨੂੰ ਪਤਾ ਨਹੀਂ ਹੈ ਤੇ ਆਪਾਂ ਉਸ ਨੂੰ ਜਿਤਾਏ ਜਾਵਾਂਗੇ ਤੇ ਇਸ ਦਾ ਮਤਲਬ ਵਿਵੇਕਹੀਨ ਆਪਾਂ। रंग